ਜੀਤ ਕੌਰ ਟੀਵੀ YouTube ਦੇਖਣ ਵਾਲੇ ਸਾਰੇ ਹੀ ਵਿਅਰਸ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਤੇ ਸਤਿ ਸ਼੍ਰੀ ਅਕਾਲ। ਮੈਂ ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਆਪਣੇ-ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ। ਤੁਹਾਡੀ ਕਾਮਯਾਬੀ ਦੀ ਤੇ ਤੰਦਰੁਸਤੀ ਦੀ ਮੈਂ ਕਾਮਨਾ ਕਰਦੀ ਹਾਂ। ਜਿੱਦਾਂ ਕਿ ਪਿਛਲੀ ਵੀਡੀਓ 'ਚ ਮੈਂ ਕਿਹਾ ਸੀਗਾ ਕਿ ਮੈਂ ਤੁਹਾਡੇ ਸਾਹਮਣੇ ਇੱਕ ਇੱਦਾਂ ਦੀ ਸਟੋਰੀ ਲੈ ਕੇ ਆਉਣਾ ਚਾਹੁੰਦੀ ਹਾਂ, ਕਿਉਂਕਿ ਮੇਰਾ ਇੱਕ ਡ੍ਰੀਮ ਹੈ ਕਿ ਪੰਜਾਬੀ ਯੂਥ ਬਹੁਤ ਪ੍ਰੋਗਰੈਸ ਕਰੇ। ਮੈਂ ਇਹ ਨਹੀਂ ਕਹਿ ਰਹੀ ਕਿ ਪੰਜਾਬੀ ਯੂਥ ਪ੍ਰੋਗਰੈਸ ਨਹੀਂ ਕਰ ਰਿਹਾ। ਪੰਜਾਬੀ ਯੂਥ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਕੇ ਆ ਗਈ ਹੈ ਸਾਹਮਣੇ, ਜੋ ਕਿ ਬਾਕੀ ਸਾਰੇ ਫੀਲਡਾਂ 'ਚ ਤਾਂ ਕਾਮਯਾਬ ਨੇ, ਪਰ ਇੱਕ ਫੀਲਡ ਹੈ ਜੋ ਕਿ ਐਜੂਕੇਸ਼ਨ ਦਾ ਫੀਲਡ ਹੈ। ਉਹਦੇ ਵਿੱਚ ਪੰਜਾਬੀ ਮੁੰਡੇ ਪਿੱਛੇ ਹੁੰਦੇ ਜਾ ਰਹੇ ਨੇ। ਪਿੱਛੇ ਹੋਣ ਦਾ ਮਕਸਦ ਇੱਕ ਹੀ ਹੈ ਕਿ ਪੁਰਾਣੇ ਬਾਹਰ ਗਏ ਹੋਏ ਲੋਕਾਂ ਨੂੰ ਦੇਖ ਕੇ, ਉਹਨਾਂ ਦੀ ਤਰੱਕੀਆਂ ਨੂੰ ਦੇਖ ਕੇ ਔਰ ਮੌਜੂਦਾ ਭਾਰਤ ਦੇ ਹਾਲਾਤ, ਸ਼ਾਇਦ ਰੋਜ਼ਗਾਰ ਦੀ ਕਮੀ ਹੈ ਪੰਜਾਬ ਦੇ ਵਿੱਚ। ਪੰਜਾਬ ਸਰਕਾਰ ਇੱਦਾਂ ਦਾ ਕੋਈ ਕੰਮ ਕਰ ਨਹੀਂ ਰਹੀ ਜਿਹਦੇ ਨਾਲ ਉਹਦੇ ਯੂਥ ਨੂੰ ਜੌਬ ਪ੍ਰੋਵਾਈਡ ਕੀਤੇ ਜਾ ਸਕਣ, ਜਾਂ ਕੀ ਕਮੀ ਹੈ ਉਸ ਚੀਜ਼ ਦਾ ਮੈਂ ਕਿਸੇ ਨੂੰ ਵੀ ਬਲੇਮ ਨਹੀਂ ਕਰਨਾ ਚਾਹੁੰਦੀ, ਕਿਉਂਕਿ ਜਦੋਂ ਬਲੇਮ ਹੁੰਦਾ ਹੈ ਤਾਂ ਉਹ ਕਮਜ਼ੋਰੀ ਹੋ ਜਾਂਦੀ ਹੈ, ਸਾਡੀ ਐਕਸਕਿਊਜ਼ ਹੋ ਜਾਂਦੀ ਹੈ। ਤਾਂ ਐਕਸਕਿਊਜ਼ ਨੂੰ ਔਰ ਬਲੇਮ ਗੇਮ ਨੂੰ ਵਿੱਚੋਂ ਕੱਢਦੇ ਹੋਏ ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਇੱਦਾਂ ਦੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਇਨਸਾਨ ਦਾ ਇੱਕ ਹੀ ਸੁਪਨਾ ਹੈ ਕਿ ਸਾਡਾ ਲਾਈਫ ਸਟਾਈਲ ਵਧੀਆ ਹੋਵੇ, ਅਸੀਂ ਵਧੀਆ ਘਰਾਂ 'ਚ ਰਹੀਏ, ਵਧੀਆ ਖਾਣ ਪਾਣ ਹੋਵੇ, ਬ੍ਰਾਂਡਡ ਕੱਪੜੇ ਹੋਣ ਔਰ ਵਧੀਆ ਗੱਡੀਆਂ ਹੋਣ ਸਾਡੇ ਕੋਲ, ਔਰ ਵਧੀਆ ਬੈਂਕ ਬੈਲੈਂਸ ਹੋਏ, ਤਾਂ ਕਿ ਅਸੀਂ ਹੌਲੀਡੇ ਮਨਾ ਸਕੀਏ, ਅਸੀਂ ਕੁਝ ਡੋਨੇਸ਼ਨਸ ਕਰ ਸਕੀਏ, ਅਸੀਂ ਕੁਝ ਭਲਾਈ ਦੇ ਕੰਮ ਕਰ ਸਕੀਏ। ਤਾਂ ਉਹ ਇੱਕ ਸਾਰੇ ਹੀ ਯੂਥ ਦਾ ਡ੍ਰੀਮ ਹੁੰਦਾ ਹੈ, ਔਰ ਉਹਦੇ ਡ੍ਰੀਮ ਦੇ ਚੱਕਰ 'ਚ ਹੀ ਉਹ ਸਾਰੀ ਭਾਜੜ ਪਈ ਹੁੰਦੀ ਹੈ ਜ਼ਿੰਦਗੀ 'ਚ, ਔਰ ਉਹ ਬਹੁਤ ਜ਼ਰੂਰੀ ਵੀ ਹੈ ਕੈਰੀਅਰ ਓਰੀਐਂਟਡ ਹੋਣਾ। ਪਰ ਇੱਕ ਚੀਜ਼ ਹੈ ਜੋ ਅਸੀਂ ਭੁਲਾਉਂਦੇ ਜਾ ਰਹੇ ਹਾਂ ਕਿ ਲੜਾਈਆਂ ਉਹੀ ਜਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਮੋਢਿਆਂ 'ਚ ਦਮ ਹੋਏ। ਬੰਦੂਕਾਂ ਕਿਸੇ ਦੇ ਮੋਢਿਆਂ 'ਤੇ ਰੱਖ ਕੇ ਅਸੀਂ ਜ਼ਿਆਦਾ ਦਿਨ ਜਿੱਤ ਦਾ ਨਿੱਘ ਨਹੀਂ ਮਾਣ ਸਕਦੇ। ਉਹੀ ਗੱਲ ਨੂੰ ਮੈਂ ਦਰਸਾਨੀ ਹਾਂ ਕਿ ਆਰਮਡ ਫੋਰਸਿਸ ਇੱਦਾਂ ਦੀਆਂ ਫੋਰਸਿਸ ਨੇ, ਚਾਹੇ ਉਹ ਸੈਲਰੀ ਦਿੰਦੀਆਂ ਨੇ ਇਨਸਾਨਾਂ ਨੂੰ, ਉਹਨਾਂ ਦੀ ਜਾਨ ਦੇ ਬਦਲੇ ਫੈਸਿਲਿਟੀਜ਼ ਦਿੰਦੀਆਂ ਨੇ, ਬਹੁਤ ਜ਼ਿਆਦਾ ਫੈਸਿਲਿਟੀਜ਼, ਪਰ ਉਹ ਇੱਕ ਚੀਜ਼ ਲਿਖਵਾ ਲੈਂਦੀਆਂ ਨੇ ਕਿ ਇਹ ਜਾਨ ਭਾਰਤ ਦੀ ਰੱਖਿਆ ਲਈ ਹੈ, ਜਾਂ ਕਿਸੇ ਵੀ ਕੰਟਰੀ ਦੀ ਆਰਮਡ ਫੋਰਸਿਸ ਦਾ ਉਹੀ ਇੱਕ ਮਿਸ਼ਨ ਹੁੰਦਾ। ਉਹਨਾਂ ਦੀ ਟ੍ਰੇਨਿੰਗ ਐਂਡ ਮੈਂਟਲ ਜਿਹੜੀ ਹੈ ਉਹਨਾਂ ਦੀ ਫਿਟਨੈਸ ਉਸ ਚੀਜ਼ ਨਾਲ ਭਰ ਦਿੱਤੀ ਜਾਂਦੀ ਹੈ। ਤਾਂ ਗਰੂਮਿੰਗ ਇੱਕ ਇੱਦਾਂ ਦੀ ਚੀਜ਼ ਹੈ ਕਿ ਜਿੱਦਾਂ ਤੁਹਾਨੂੰ ਕੋਈ ਸਲਾਹ ਦੇਗਾ ਤੁਸੀਂ ਉੱਦਾਂ ਦੇ ਰਾਹ ਚੱਲੋਗੇ। ਐਟਲੀਸਟ ਨਵੇਂ ਰਾਹ ਲੱਭੇ ਜਾਣ ਤਾਂ ਕਿ ਪੰਜਾਬੀ ਯੂਥ ਉਹਨਾਂ 'ਤੇ ਚੱਲ ਸਕੇ, ਨਾ ਕਿ ਡੌਂਕੀਆਂ ਦੇ ਵਿੱਚ ਵਿਦੇਸ਼ਾਂ 'ਚ ਪਹੁੰਚੇ, ਨਾ ਹੀ ਡੱਬਿਆਂ ਦੇ ਵਿੱਚ ਬੰਦ ਹੋ ਕੇ ਕਿਸੇ ਵੀ ਟਾਈਪ ਦੀ ਹਿਊਮਨ ਰਾਈਟਸ ਨੂੰ ਜਾਂ ਇਲੀਗਲ ਇਮੀਗ੍ਰੇਸ਼ਨ ਨੂੰ ਜਾਂ ਹਿਊਮਨ ਟ੍ਰੈਫਿਕਿੰਗ ਨੂੰ ਵਧਾਵਾ ਦਿੱਤਾ ਜਾਏ, ਜਿਹਦੇ 'ਚ ਜਾਨ ਦਾ ਖਤਰਾ ਹੈ। ਜਿਸ ਚੀਜ਼ 'ਚ ਜਾਨ ਦਾ ਰਿਸਕ ਹੈ ਉਸ ਚੀਜ਼ ਨੂੰ ਕਰਨ ਦਾ ਫਾਇਦਾ ਹੀ ਕੀ ਹੈ, ਤੁਸੀਂ ਕੀ ਹਾਸਿਲ ਕਰੋਗੇ। ਕਈ ਵਰ੍ਹਿਆਂ ਤੋਂ ਇਹ ਚੀਜ਼ ਸਾਹਮਣੇ ਆਂਦੀ ਗਈ ਹੈ ਕਿ ਇਲੀਗਲ ਇਮੀਗ੍ਰੈਂਟਸ ਜਾਂ ਤਾਂ ਡੁੱਬ ਕੇ ਮਰ ਜਾਂਦੇ ਨੇ, ਜੰਗਲ ਕ੍ਰਾਸ ਕਰਦੇ ਹੋਏ ਮਰ ਜਾਂਦੇ ਨੇ, ਜਾਂ ਫਿਰ ਉਹਨਾਂ ਨੂੰ ਇੱਦਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਜਾਂ ਫਿਰ ਉਹ ਚੱਲ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਸ਼ੂਟ ਔਨ ਸਪੌਟ ਕਰਕੇ ਉੱਥੇ ਹੀ ਫਿਨਿਸ਼ ਕਰ ਦਿੱਤਾ ਜਾਂਦਾ ਹੈ। USA ਦੇ ਬਾਰਡਰ ਤੱਕ ਪਹੁੰਚਣ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਮੈਂ ਇੱਦਾਂ ਦੇ ਬਹੁਤ ਸਾਰੇ ਮੁੰਡਿਆਂ ਨਾਲ ਗੱਲਬਾਤ ਕੀਤੀ ਹੈ ਕਿ ਉਹ ਕਿੱਦਾਂ ਗਏ, ਕਿੱਦਾਂ ਜੇਲ੍ਹ 'ਚ ਰਹੇ ਐਂਡ ਕਿੱਦਾਂ ਵਾਪਸ ਆਏ 40-50 ਲੱਖ ਰੁਪਇਆ ਦੇਣ ਦੇ ਬਾਅਦ 'ਚ। ਆਈ ਡੋਂਟ ਨੋ ਕਿ ਉਹਨਾਂ ਦੇ ਪੈਸੇ ਮਿਲੇ ਜਾਂ ਨਹੀਂ ਮਿਲੇ ਜਾਂ ਕੀ ਹੈ, ਬਟ ਉਹਨਾਂ ਦੇ ਮੈਂਟਲ ਸਟੈਬਿਲਿਟੀ ਵੀ ਕਾਫੀ ਵਿਗੜ ਜਾਂਦੀ ਹੈ ਉਹ 6 ਮਹੀਨੇ ਤੋਂ 1 ਸਾਲ ਦੀ ਜਿਹੜੀ ਜਰਨੀ ਹੈ। ਦੂਸਰੀ ਜਿਹੜੀ ਇੱਕ ਹੋਰ ਬਾਹਰ ਪੁੱਜਣ ਦੀ ਇੱਕ ਰਾਹ ਹੈ ਉਹ ਹੈ ਵਿਆਹ। ਤਾਂ ਚਾਹੇ ਉਹ ਆਦਮੀ ਕਰ ਰਹੇ ਨੇ ਜਾਂ ਕੁੜੀਆਂ ਕਰ ਰਹੀਆਂ ਨੇ, ਤਾਂ ਉਹਨਾਂ 'ਚ ਕਾਮਯਾਬੀ ਹਾਸਿਲ ਨਹੀਂ ਹੋ ਰਹੀ। ਜੋ ਕੁੜੀਆਂ ਜਾਂ ਮੁੰਡੇ ਕੈਨੇਡਾ ਪਹੁੰਚਣ ਦੇ ਬਾਅਦ 'ਚ ਆਪਣੀ ਕੰਟਰੀ ਦੇ ਵਿੱਚ ਵਿਆਹ ਕਰਦੇ ਨੇ, ਜਾਂ ਤਾਂ ਉਹਨਾਂ ਦਾ ਇਮੋਸ਼ਨਲ ਫੀਲਿੰਗ ਹੋਣਾ ਬਹੁਤ ਜ਼ਰੂਰੀ ਹੈ, ਸਟੇਬਿਲਿਟੀ ਬਹੁਤ ਜ਼ਰੂਰੀ ਹੈ ਉਸ ਰਿਸ਼ਤੇ ਦੇ ਵਿੱਚ, ਤਾਂ ਉਹ ਬਾਹਰ ਜਾ ਸਕਦੇ ਨੇ। ਕੁੜੀਆਂ ਜਾਂ ਮੁੰਡੇ ਉਹਨਾਂ ਨੂੰ ਬਾਹਰ ਲਿਜਾ ਸਕਦੇ ਨੇ। ਐਂਡ ਜੋ ਲੋਕ ਆਲਰੇਡੀ ਬਾਹਰ ਨੇ ਉਹਨਾਂ ਨੂੰ ਇਮੋਸ਼ਨਲ ਫੀਲਿੰਗ ਇੱਦਾਂ ਦੀ ਹੁੰਦੀ ਨਹੀਂ, ਉਹਨਾਂ ਨੂੰ ਉਸੇ ਟਾਈਪ ਦੇ ਇਨਸਾਨਾਂ ਦੀ ਲੋੜ ਹੁੰਦੀ ਹੈ ਜੋ ਉੱਥੇ ਦੇ ਮਾਹੌਲ ਦੇ ਵਿੱਚ
ਵੱਡੇ ਹੋਣ ਜਾਂ ਉਸ ਹਿਸਾਬ ਨਾਲ ਸਮਝਣ ਉਸ ਸਿਚੁਏਸ਼ਨ ਨੂੰ, ਕਿਉਂਕਿ ਰਿਸਪੌਂਸਿਬਿਲਿਟੀਆਂ ਬਹੁਤ ਜ਼ਿਆਦਾ ਨੇ ਐਂਡ ਲਾਈਫ ਸਟਾਈਲ ਮਸ਼ੀਨੀ ਹੈ। ਓਨਲੀ ਹੈਂਡ ਟੂ ਮਾਊਥ ਫਸਟ 10 ਈਅਰਸ, ਅਗਰ ਤੁਸੀਂ ਬਿਜ਼ਨਸ 'ਚ ਨਹੀਂ ਹੋ ਤਾਂ, ਅਗਰ ਤੁਸੀਂ ਜੌਬ 'ਚ ਹੋ ਤਾਂ, ਕਿਉਂਕਿ ਟੈਕਸਿਸ ਕੱਟਣ ਤੋਂ ਬਾਅਦ ਤੁਹਾਡੇ ਕੋਲ ਓਨਾ ਹੀ ਮਿਲਦਾ ਹੈ ਕਿ ਤੁਸੀਂ ਆਪਣੇ ਘਰ ਦੇ ਇੰਸਟਾਲਮੈਂਟ, ਗੱਡੀ ਦੀ ਇੰਸਟਾਲਮੈਂਟ, ਆਪਣਾ ਇੰਸ਼ੋਰੈਂਸ ਵਗੈਰਾ, ਯੂਟਿਲਿਟੀਜ਼ ਐਂਡ ਆਪਣੇ ਥੋੜ੍ਹੇ ਬਹੁਤੇ ਜਿਹੜੇ ਫਰਜ਼ ਨੇ ਉਹ ਪੂਰੇ ਕਰ ਸਕੋ। ਤਾਂ ਸ਼ਾਰਟਕਟ ਨੂੰ ਅਪਣਾਉਣ ਦੀ ਬਜਾਏ ਮੈਂ ਹਰ ਵਾਰ ਇਹ ਗੱਲ ਕਹਿੰਦੀ ਗਈ ਹਾਂ ਕਿ ਜਿਨ੍ਹਾਂ ਦਾ ਵੀ ਇਹ ਡਰੀਮ ਹੈ ਕਿ ਅਸੀਂ ਡਾਲਰ ਦੇ ਵਿੱਚ ਕਰੰਸੀ ਕਮਾਈਏ, ਜਿਨ੍ਹਾਂ ਦਾ ਵੀ ਇਹ ਡਰੀਮ ਹੈ ਕਿ ਡਾਲਰ ਕਮਾ ਕੇ ਅਸੀਂ ਕਾਮਯਾਬੀ ਹਾਸਿਲ ਕਰੀਏ, ਤਾਂ ਡਾਲਰ ਵਾਲੀਆਂ ਸਾਰੀਆਂ ਹੀ ਕੰਟਰੀਆਂ ਇੰਗਲਿਸ਼ ਵਾਲੀਆਂ ਕੰਟਰੀਆਂ ਨੇ, ਜਿਸ ਵਿੱਚ ਇੰਗਲਿਸ਼ ਲੈਂਗੁਏਜ ਦਾ ਆਉਣਾ, ਤੁਹਾਨੂੰ ਬੋਲਣਾ, ਸਮਝ ਆਉਣਾ, ਐਕਸਪ੍ਰੈਸ ਕਰਨਾ ਅਤੇ ਸੁਣਨ 'ਚ ਜਿਹੜਾ ਉਹਨਾਂ ਦਾ ਐਕਸੈਂਟ ਹੈ, ਜਾਂ ਤੁਹਾਡਾ ਸਾਊਥ ਇੰਡੀਅਨ ਵੀ ਜਾਂ ਇੰਡੀਅਨ ਵੀ, ਪੰਜਾਬੀ ਐਕਸੈਂਟ, ਕੋਈ ਵੀ ਐਕਸੈਂਟ, ਤੁਸੀਂ ਇੰਗਲਿਸ਼ ਤੋਂ ਕਿੰਨੇ ਜਾਣੂ ਹੋ, ਕਿਉਂਕਿ ਜਦ ਤੱਕ ਤੁਸੀਂ ਉਸ ਪ੍ਰੋਪਰ ਕੰਟਰੀ 'ਚ ਚਲੇ ਨਹੀਂ ਜਾਂਦੇ, ਤੁਸੀਂ ਉੱਥੇ ਦਾ ਐਕਸੈਂਟ ਨਹੀਂ ਅਡੋਪਟ ਕਰ ਸਕਦੇ। ਤਾਂ ਉਹ ਚੀਜ਼ ਉੱਥੇ ਜਾਣ ਦੇ ਬਾਅਦ ਆਉਂਦੀ ਹੈ। ਪਰ ਇੱਕ ਤੁਹਾਡੀ ਇੱਕ ਇੰਗਲਿਸ਼ ਲੈਵਲ ਦਾ ਟੈਸਟ ਹੈ ਜੋ ਆਇਲਸ ਹੈ, ਅਕੈਡਮਿਕ ਜਦੋਂ ਤੁਸੀਂ ਪੜ੍ਹਾਈ ਕਰਨ ਲਈ ਜਾਂਦੇ ਹੋ ਕਿਸੇ ਵੀ ਲੈਵਲ ਦੀ, +2 ਦੇ ਬਾਅਦ 'ਚ, ਤਾਂ ਤੁਹਾਡੇ ਅਕੈਡਮਿਕ ਆਇਲਸ ਹੁੰਦੇ ਨੇ, ਜੋ ਇੱਕ ਡਿਫਰੈਂਟ ਪ੍ਰੋਸੀਜਰ ਹੈ। ਅਗਰ ਤੁਸੀਂ ਇਮੀਗ੍ਰੇਸ਼ਨ 'ਤੇ ਜਾਂ ਵਰਕ ਪਰਮਿਟ 'ਤੇ ਜਾਂਦੇ ਹੋ ਤਾਂ ਜਨਰਲ ਆਇਲਟਸ ਹੁੰਦਾ ਹੈ, ਜੋ ਕਿ ਨਾਰਮਲ ਬੇਸਿਕ ਇੰਗਲਿਸ਼ ਦਾ ਆਉਣਾ ਤੁਹਾਨੂੰ 5 ਬੈਂਡ ਤੋਂ ਲੈ ਕੇ ਕਈ ਫੀਲਡਾਂ ਦੇ ਵਿੱਚ ਉਸ ਤੋਂ ਹਾਈਅਰ ਬੈਂਡ ਨੇ। ਵਰਕ ਪਰਮਿਟ ਜਾਂ ਮਾਈਗ੍ਰੇਟ ਹੋ ਕੇ ਜਾਣਾ, ਪਰਮਾਨੈਂਟ ਰੈਜ਼ੀਡੈਂਸੀ ਇੰਡੀਆ ਤੋਂ ਹੀ। ਉਸ ਲਈ ਮੈਂ ਇਹ ਚੀਜ਼ ਕਹਿ ਰਹੀ ਹਾਂ ਕਿ ਹਰ ਇੱਕ ਕੰਟਰੀ ਤੋਂ ਲੋਕ ਇਸ ਚੀਜ਼ ਲਈ ਟਰਾਈ ਕਰ ਰਹੇ ਨੇ। 5 ਜਿਹੜਾ ਬਿਜ਼ਨਸ ਵੀਜ਼ਾ ਅਮਰੀਕਾ ਦਾ ਵੀ ਓਪਨ ਹੈ। ਬਿਜ਼ਨਸ ਵੀਜ਼ਾ ਹਰ ਇੱਕ ਕੰਟਰੀ ਦਾ ਓਪਨ ਹੁੰਦਾ ਹੈ। ਵਰਕ ਵੀਜ਼ਾ ਜਿਹੜਾ ਹੁੰਦਾ ਹੈ ਤੁਹਾਨੂੰ ਉੱਥੇ ਕੰਮ ਕਰਨ ਦੀ ਪਰਮਿਸ਼ਨ ਦਿੰਦਾ ਹੈ, ਜੋ ਕਿ ਤਕਰੀਬਨ 2 ਸਾਲ ਤੋਂ 3 ਸਾਲ ਤੱਕ ਹੁੰਦਾ ਹੈ। ਸ਼ਾਰਟ ਵੀਜ਼ੇ ਵੀ ਸੀਜ਼ਨਲ ਵੀਜ਼ੇ ਹੁੰਦੇ ਨੇ, ਜੋ ਕਿ 6 ਮਹੀਨੇ ਤੋਂ 8 ਮਹੀਨੇ ਤੱਕ ਹੁੰਦੇ ਨੇ। ਜਿਹੜੇ ਵੀਜ਼ੇ ਦੀ ਡਿਊਰੇਬਿਲਿਟੀ 2 ਸਾਲ ਤੋਂ ਉੱਪਰ ਹੈ ਤਾਂ ਉਹ ਐਕਸਟੈਂਡ ਹੋ ਜਾਂਦੀ ਹੈ ਅਗਰ ਤੁਹਾਨੂੰ ਜੌਬ ਆਫਰ ਦੁਬਾਰਾ ਹੋਏ। ਅਗਰ ਇੱਕ ਵਾਰ ਐਕਸਟੈਂਡ ਹੋ ਜਾਂਦੀ ਹੈ ਤਾਂ ਉਹਦੇ ਬਾਅਦ 'ਚ ਤੁਹਾਨੂੰ ਉਸ ਕੰਟਰੀ ਦੀ ਰੈਜ਼ੀਡੈਂਸੀ ਕਹਿ ਲਓ ਜਾਂ PR ਕਹਿ ਲਓ, ਜਾਂ ਫਿਰ ਟੈਂਪਰੇਰੀ ਰੈਜ਼ੀਡੈਂਸੀ, ਉਹ ਅਲੱਗ-ਅਲੱਗ ਕੰਟਰੀਆਂ ਦੇ ਅਲੱਗ-ਅਲੱਗ ਨਾਂ ਨੇ, ਤੁਹਾਨੂੰ ਮਿਲ ਜਾਂਦੀ ਹੈ। ਤਾਂ ਉਸ ਤੋਂ ਪਹਿਲੇ ਤੁਹਾਨੂੰ ਇੰਗਲਿਸ਼ ਦਾ ਆਉਣਾ ਬਹੁਤ ਜ਼ਰੂਰੀ ਹੈ। ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਔਰ ਉਹਨਾਂ ਦੇ ਬੱਚਿਆਂ ਨੂੰ ਮੈਨੂੰ ਕਹਿਣ ਦੀ ਵੀ ਲੋੜ ਨਹੀਂ ਹੈ, ਉਹ ਖੁਦ ਹੀ ਅੱਜ ਕੱਲ੍ਹ ਬਾਹਰ ਸੈਟਲਮੈਂਟ ਦੇ ਆਪਸ਼ਨ 'ਚ ਆ ਚੁੱਕੇ ਨੇ। ਤਾਂ ਬਸ ਮੇਰਾ ਇੱਕ ਹੀ ਤੁਹਾਡੇ ਸਾਰਿਆਂ ਦੇ ਅੱਗੇ ਰਿਕੁਐਸਟ ਹੈ, ਬੇਨਤੀ ਹੈ ਕਿ ਆਪਣੇ ਮੁੰਡਿਆਂ ਨੂੰ ਪੜ੍ਹਾਓ। ਜਿੱਦਾਂ ਮਦਰ ਟੰਗ ਹੈ ਪੰਜਾਬੀ, ਤਾਂ ਪੰਜਾਬੀ ਸਮਝਣ ਦੀ ਜਿਹੜੀ ਹੈ ਸਾਡੀ ਪੈਦਾ ਹੋਣ ਤੋਂ ਪਹਿਲੇ ਹੀ ਸ਼ਮਤਾ ਹੁੰਦੀ ਹੈ ਔਰ ਅਸੀਂ ਪੰਜਾਬੀ ਬੋਲ ਲੈਂਦੇ ਹਾਂ, ਕਿਉਂਕਿ ਹਿੰਦੀ ਭਾਰਤ ਦੀ ਲੈਂਗੁਏਜ ਹੈ ਸਾਰੇ ਸਟੇਟਾਂ ਦੇ ਵਿੱਚ, ਤਾਂ ਉਹ ਨੈਚੁਰਲੀ ਸਿੱਖਣੀ ਪੈਂਦੀ ਹੈ। ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਹੈ। ਅਗਰ ਤੁਸੀਂ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਹੈ, ਕੋਰਸਪੌਂਡ ਕਰਨਾ ਹੈ, ਜਾਂ ਫਿਰ ਤੁਸੀਂ ਕੰਮ ਕਰਨਾ ਹੈ ਜਾਂ ਪੜ੍ਹਾਈ ਕਰਨੀ ਹੈ, ਤਾਂ ਤੁਹਾਡੇ ਕੋਲ ਇੰਗਲਿਸ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਕਿਸੇ ਵੀ ਲੈਂਗੁਏਜ ਨੂੰ ਸਮਝਣ ਲਈ ਜਾਂ ਬੋਲਣ ਲਈ ਉਹਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਮੈਨੂੰ ਨਹੀਂ ਲੱਗਦਾ ਕਿ 1 ਸਾਲ ਦੀ ਸਟੱਡੀ ਜਿਹੜੀ ਹੈ ਔਰ ਉਹਦਾ ਖਰਚਾ ਹੈ ਜੋ ਕੰਟਰੀ ਦਾ, ਜੋ ਕਿ ਕੈਨੇਡਾ ਇੱਕ ਡਰੀਮ ਹੈ ਪੰਜਾਬੀਆਂ ਦਾ, ਜਾਂ ਆਸਟ੍ਰੇਲੀਆ ਜੋ ਇੱਕ ਡਰੀਮ ਹੈ। ਸਟੱਡੀ ਵੀਜ਼ਾ 7 ਸਾਲ ਤੱਕ ਪਰਮਿਸ਼ਨ ਦਿੰਦਾ ਹੈ ਹਰ ਇੱਕ ਕੰਟਰੀ 'ਚ। ਤੁਸੀਂ ਕਿਸੇ ਵੀ ਹੋਰ ਲੈਵਲ ਦੀ ਸਟੱਡੀ ਐਕਸਟੈਂਡ ਕਰਕੇ ਰਹਿ ਸਕਦੇ ਹੋ ਸਟੱਡੀ ਦੇ ਬੇਸ 'ਤੇ, ਜੇ ਤੁਸੀਂ ਇਨ ਬਿਟਵੀਨ 8 ਬੈਂਡ ਜਾਂ 7 ਬੈਂਡ ਜੋ ਵੀ ਕੰਟਰੀਆਂ ਦੇ ਹੈਗੇ ਆ ਰੈਜ਼ੀਡੈਂਸੀ ਲਈ ਉਹ ਨਹੀਂ ਲੈ ਕੇ ਆਉਂਦੇ। ਪਰ ਬਹੁਤ ਜ਼ਿਆਦਾ ਕੇਸਿਸ ਇੱਦਾਂ ਦੇ ਹੁੰਦੇ ਨੇ ਕਿ 3-4 ਸਾਲ ਇੱਕ ਕੰਟਰੀ 'ਚ ਰਹਿਣ ਤੋਂ ਬਾਅਦ ਸਟੂਡੈਂਟਸ ਨੂੰ ਜਿਹੜੇ 8 ਬੈਂਡ ਆ ਜਾਂਦੇ ਨੇ, 7 ਬੈਂਡ ਆ ਜਾਂਦੇ ਨੇ। ਔਰ ਜੋ ਡਾਕਟਰਸ, ਇੰਜੀਨੀਅਰਸ ਜਾਂ ਲੈਵਲ A ਦੇ ਔਰ ਲੈਵਲ O ਦੇ ਜੋ ਹੁੰਦੇ ਨੇ ਹਾਇਰ ਮੈਨੇਜਰੀਅਲ ਲੈਵਲ, ਉਹਨਾਂ ਦੇ ਤਾਂ 8 ਬੈਂਡ ਹੀ ਜ਼ਰੂਰੀ ਨੇ ਇੰਡੀਆ 'ਚੋਂ ਹੀ, ਜਾਂ ਫਿਰ ਉਹ ਟੈਂਪਰੇਰੀ ਬੇਸ 'ਤੇ ਆਪਣੀ ਕੰਪਨੀ ਵੱਲੋਂ ਸਪੋਂਸਰਸ਼ਿਪ ਲੈ ਕੇ ਦੂਸਰੀ ਕੰਟਰੀ ਦੇ ਵਿੱਚ, ਜਿੱਦਾਂ ਅਕਾਊਂਟਸ ਹੋ ਗਿਆ, ਟੈਲੀ ਹੋ ਗਿਆ, ਵੈਟ ਹੋ ਗਿਆ, ਇਹਦੀ ਟ੍ਰੇਨਿੰਗ ਲਈ, ਅਕਾਊਂਟਸ ਐਂਡ ਅਦਰ ਚੀਜ਼ ਦੀ ਟ੍ਰੇਨਿੰਗ ਲਈ ਬਾਹਰ ਜਾ ਸਕਦੇ ਨੇ। ਐਂਡ 2 ਸਾਲ ਦੇ ਉਹ ਕਈ ਸਾਲ ਜਾ ਸਕਦੇ ਨੇ। ਇਸ ਤਰ੍ਹਾਂ ਹੀ ਕੰਪਨੀ ਅਗਰ ਉਹਨਾਂ ਨੂੰ ਸਪੋਂਸਰ ਕਰਦੀ ਹੈ ਜਾਂ ਫਿਰ ਬੁਲਾਉਂਦੀ ਹੈ। ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਅਗਰ ਤੁਸੀਂ ਆਪਣੇ ਘਰ ਦੀਆਂ ਗਰੀਬੀਆਂ ਚੱਕਣੀਆਂ ਨੇ, ਤੁਹਾਡੇ ਕੋਲ ਮੋਰਲ ਸਪੋਰਟ ਹੈ,
ਫਿਜ਼ੀਕਲ ਸਟਰੈਂਥ ਹੈ, ਫਾਈਨੈਂਸ਼ੀਅਲ ਸਟਰੈਂਥ ਹੈ, ਤਾਂ ਤੁਸੀਂ ਆਪਣੇ ਆਪ ਨੂੰ ਉਸ ਲੈਵਲ 'ਚ ਲੈ ਕੇ ਆਓ ਕਿ ਤੁਹਾਨੂੰ ਕਿਸੇ ਕੁੜੀ ਦੇ ਨਾਲ ਕੰਟਰੈਕਟ ਕਰਕੇ ਜਾਂ ਫਿਰ ਬਾਹਰ ਜਾਣ ਲਈ 30 40 50 60 70 ਔਰ ਅਮਰੀਕਾ ਲਈ 1.5 ਕਰੋੜ ਤੱਕ ਦਿੱਤਾ ਜਾ ਰਿਹਾ ਹੈ ਕੰਟਰੈਕਟ ਦੀ ਮੈਰਿਜ ਲਈ, ਜਿਹਦੇ ਲਈ ਤੁਹਾਨੂੰ ਆਪਣੀ ਮੈਰਿਡ ਬੀਵੀ ਨੂੰ ਵੀ ਛੱਡਣਾ ਪੈਂਦਾ ਹੈ, ਬੱਚਿਆਂ ਨੂੰ ਵੀ, ਐਂਡ ਉਹ ਇੱਕ ਬਹੁਤ ਵੱਡਾ ਇਮੋਸ਼ਨਲ ਐਂਡ ਮੈਂਟਲ ਡਿਪਰੈਸ਼ਨ ਟਾਈਪ ਦੀ ਸਟੇਟਸ ਹੈ ਉਸ ਔਰਤ ਦੀ। ਬਹੁਤ ਹੀ ਘੱਟ ਔਰਤਾਂ ਨੇ ਜੋ ਇਸ ਚੀਜ਼ ਦੇ ਪ੍ਰੋਸੈਸ 'ਚੋਂ ਨਿਕਲ ਸਕਦੀਆਂ ਨੇ, ਐਂਡ ਉਹ ਪ੍ਰੋਸੈਸ ਵੀ ਇੱਕ ਬਹੁਤ ਹੀ ਜ਼ਿਆਦਾ ਰਿਸਕੀ ਪ੍ਰੋਸੈਸ ਹੈ। ਤੁਸੀਂ ਮੇਰੇ ਤੋਂ ਜ਼ਿਆਦਾ ਜਾਣੂ ਹੋ ਉਸ ਚੀਜ਼ ਤੋਂ। ਅਸੀਂ ਕਿਸੇ ਵੀ ਚੀਜ਼ ਨੂੰ ਅਗਰ ਬੰਦ ਕਰਨਾ ਹੈ, ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਧੋਖੇ ਨਾ ਹੋਣ, ਤਾਂ ਸਿਰਫ ਔਰ ਸਿਰਫ ਇੱਕ ਹੀ ਚੀਜ਼ ਹੋ ਸਕਦੀ ਹੈ, ਪ੍ਰੀਕੌਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਤਾਂ ਤੁਹਾਨੂੰ ਪ੍ਰੀਕੌਸ਼ਨ ਲੈਣੇ ਪੈਣਗੇ, ਉਹ ਚੀਜ਼ਾਂ ਕਰਨੀਆਂ ਬੰਦ ਕਰਨੀਆਂ ਪੈਣਗੀਆਂ ਜਿਸ ਵਜ੍ਹਾ ਨਾਲ ਤੁਹਾਨੂੰ ਨੁਕਸਾਨ ਹੋ ਰਿਹਾ ਹੈ। ਮਰਜ਼ੀ ਤੁਹਾਡੀ ਹੈ, ਤਾਂ ਕਹਿਣਾ ਮੇਰਾ ਫਰਜ਼ ਸੀਗਾ, ਕਿਉਂਕਿ ਬਹੁਤ ਸਾਰੇ ਲੋਕ ਦੁਬਾਰਾ ਇਹ ਚੀਜ਼ ਕਹਿ ਰਹੇ ਨੇ ਕਿ ਮੈਂ ਵੀਡੀਓ ਬਣਾਵਾਂ। ਬਹੁਤ ਸਾਰੇ ਵੀਡੀਓਜ਼ ਪੈਂਡਿੰਗ ਨੇ, ਐਂਡ ਮੈਂ ਇੱਕ ਟਰਾਇਲ ਜ਼ਰੂਰ ਕਰਾਂਗੀ ਕਿ ਜੋ ਪੈਂਡਿੰਗ ਵੀਡੀਓਜ਼ ਨੇ, ਜੋ ਕਿ ਪਾਕਿਸਤਾਨ ਤੋਂ ਐਂਡ ਨੇਪਾਲ ਤੋਂ ਪੁੱਛੇ ਨੇ ਮੇਰੇ ਕੋਲੋਂ ਕੁਝ ਸਵਾਲ, ਮੈਂ ਉਹ ਵੀਡੀਓਜ਼ ਵੀ ਜ਼ਰੂਰ ਬਣਾਵਾਂਗੀ। ਪਰ ਡਾਲਰ ਕਮਾਣੇ ਨੇ ਅਗਰ, ਤਾਂ ਇੰਗਲਿਸ਼ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਇਹ ਚੀਜ਼ ਦਿਮਾਗ 'ਚ ਬਿਠਾ ਲਓ ਔਰ ਪ੍ਰੈਕਟਿਸ ਕਰੋ। ਸਭ ਤੋਂ ਜ਼ਿਆਦਾ ਆਸਾਨ ਹੈ ਇੰਗਲਿਸ਼ ਨੂੰ ਸਿੱਖਣਾ। ਜਿਸ ਚੀਜ਼ ਨੂੰ ਤੁਸੀਂ ਸੁਣਦੇ ਹੋ, ਜਿਸ ਲੈਂਗੁਏਜ ਨੂੰ ਤੁਸੀਂ ਬਹੁਤ ਜ਼ਿਆਦਾ ਸੁਣਦੇ ਹੋ, ਤੁਸੀਂ ਉਹੀ ਲੈਂਗੁਏਜ ਬੋਲਣ ਲੱਗਦੇ ਹੋ, ਔਰ ਜਿਸ ਚੀਜ਼ ਨੂੰ ਤੁਸੀਂ ਬੋਲਣ ਦੀ ਆਦਤ ਪਾਓਗੇ, ਤਾਂ ਨਾਲ ਹੀ ਨਾਲ ਅਗਰ ਤੁਸੀਂ ਲਿਖਣ ਦੀ ਆਦਤ ਪਾਓਗੇ, ਤਾਂ ਨੈਚੁਰਲੀ ਉਹ ਤੁਹਾਡਾ ਇੱਕ ਸਟਾਈਲ ਬਣ ਜਾਏਗਾ। ਸੁਣਨ ਨਾਲ ਬੋਲਣ ਦੀ ਟਰਾਈ, ਬੋਲਣ ਨਾਲ ਲਿਖਣ ਦੀ ਟਰਾਈ, ਬਸ ਇੰਨੀ ਹੀ ਕੋਸ਼ਿਸ਼ ਹੈ ਤੁਹਾਨੂੰ ਕਰਨੀ ਪਏਗੀ। ਐਂਡ ਮੇਰੀ ਵੀ ਇੱਕ ਕੋਸ਼ਿਸ਼ ਜ਼ਰੂਰ ਹੋਏਗੀ ਕਿ ਮੈਂ ਜਿਹੜੀ ਹੋਰ ਟੂਰਿਸਟ ਵੀਜ਼ੇ ਤੋਂ ਵਰਕ ਵੀਜ਼ੇ ਵਾਲੀ ਔਰ ਟੂਰਿਸਟ ਵੀਜ਼ੇ 'ਤੇ ਕੈਨੇਡਾ ਜਾਣ ਲਈ ਜਾਂ ਟੂਰਿਸਟ ਵੀਜ਼ੇ ਲਈ ਦੁਬਾਰਾ ਕੁਐਸਚਨਸ ਪੁੱਛੇ ਗਏ ਨੇ, ਮੈਂ ਜ਼ਰੂਰ ਉਹਨਾਂ 'ਤੇ ਵੀ ਵੀਡੀਓ ਬਣਾਉਣ ਦੀ ਟਰਾਈ ਕਰਾਂਗੀ ਬਹੁਤ ਹੀ ਜਲਦੀ, ਹੋਪਫੁਲੀ। ਐਂਡ ਅਗਰ ਤੁਹਾਡੇ ਕੋਈ ਸਵਾਲ ਹੈਗੇ ਨੇ, ਤਾਂ ਮੈਂ ਸਿਰਫ ਤੁਹਾਨੂੰ ਐਡਵਾਈਸ ਕਰ ਸਕਦੀ ਹਾਂ, ਮੰਨੋ ਜਾਂ ਨਾ ਮੰਨੋ। ਇਹ ਕੋਈ ਲੀਗਲ ਐਡਵਾਈਸ ਨਹੀਂ, ਮੇਰੇ ਲਾਈਫ ਦੇ ਐਕਸਪੀਰੀਅੰਸ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਤਾਂ ਵਿਜ਼ਿਟ ਵੀਜ਼ੇ ਲਈ ਐਂਡ ਟੂਰਿਸਟ ਵੀਜ਼ੇ ਲਈ ਅਗਲੀ ਵੀਡੀਓ ਮੈਂ ਜ਼ਰੂਰ ਬਣਾ ਰਹੀ ਹਾਂ। ਆਈ ਐਮ ਸ਼ੋਰ ਅਬਾਊਟ ਦਿਸ। ਥੈਂਕ ਯੂ ਫॉर ਵਾਚਿੰਗ। ਕੀਪ ਔਨ ਵਾਚਿੰਗ ਚਿਕ ਗॉड TV।